ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਅਮਰੀਕੀ ਸੰਸਦ ਮੈਂਬਰਾਂ ਤੋਂ ਗ੍ਰੀਨ ਕਾਰਡ ਤੇ 7% ਦੀ ਸੀਮਾ ਹਟਾਉਣ ਦੀ ਅਪੀਲ। ਲੀਬੀਆ 'ਚ ਭਾਰਤੀ ਸਮੇਤ 21 ਗੈਰ ਕਾਨੂੰਨੀ ਪ੍ਰਵਾਸੀਆਂ ਦਾ ਸਮੂਹ ਗ੍ਰਿਫਤਾਰ। ਪਾਸਪੋਰਟ ਨਾ ਮਿਲਣ ਕਰਕੇ ਖੱਜਲ ਖੁਆਰ ਹੋ ਰਹੇ ਨੇ ਵਿਦਿਆਰਥੀ। ਅਮਰੀਕਾ 'ਚ ਪ੍ਰੈਸ ਕਾਨਫਰੰਸ ਦੇ ਸਵਾਲਾਂ ਦੀ ਪਰਚੀ ਨਾਲ ਲਿਆਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਬਾਈਡਨ ਵੇਖਦੇ ਹੋਏ ਕੈਮਰੇ 'ਚ ਕੈਦ। ਅਲਾਸਕਾ 'ਚ ਅਮਰੀਕੀ ਆਰਮੀ ਦੇ 2 ਹੈਲੀਕਾਪਟਰ ਕ੍ਰੈਸ਼, ਟ੍ਰੇਨਿੰਗ ਦੌਰਾਨ ਹੋਇਆ ਹਾਦਸਾ। ਕੈਨੇਡਾ 'ਚ ਅੰਗਰੇਜ਼ ਸਵਾਰ ਵੱਲੋਂ ਪੰਜਾਬੀ ਊਬਰ ਡਰਾਈਵਰ ਤੇ ਹਮਲਾ। ਹੁਣ ਹੋਵੇਗੀ ਅਮਰੀਕਾ 'ਚ ਵੀ ਦੀਵਾਲੀ ਦੀ ਛੁੱਟੀ। ਅਮਰੀਕਾ ਨੇ ਸ਼੍ਰੀਲੰਕਾ ਦੇ ਸਾਬਕਾ ਜਲ ਸੈਨਾ ਕਮਾਂਡਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਲਾਈ ਪਾਬੰਦੀ। ਸਿਰਫ 5 ਦੇਸ਼ਾਂ ਨੂੰ ਵੀਟੋ ਪਾਵਰ ਦੇਣ ਤੇ ਇਸ ਦੀ ਸਿਆਸੀ ਦੁਰਵਰਤੋਂ ਤੇ ਭੜਕਿਆ ਭਾਰਤ। UNS 'ਚ ਕਹੀ ਗੱਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਸਿਲੀਕਾਨ ਵੈਲੀ ਦੇ ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਤੇ ਉਦਯੋਗਪਤੀ ਅਜੇ ਜੈਨ ਪਟੋਰੀਆ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਗ੍ਰੀਨ ਕਾਰਡ ਦੇ ਲਈ ਦੇਸ਼ਾਂ ਦੇ ਆਧਾਰ ਤੇ ਮੌਜੂਦਾ 7% ਦੀ ਕੈਪ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਦਰਜਾ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਜਿਸ ਵਿਅਕਤੀ ਦੇ ਕੋਲ ਗ੍ਰੀਨ ਕਾਰਡ ਹੁੰਦਾ ਹੈ ਉਹ ਦੇਸ਼ ਵਿੱਚ ਪੱਕੇ ਤੌਰ ਤੇ ਰਹਿ ਸਕਦਾ ਹੈ। ਬੁੱਧਵਾਰ ਨੂੰ ਰਾਜਧਾਨੀ ਦੇ ਵਿੱਚ ਆਯੋਜਿਤ ਅਮਰੀਕਾ ਭਾਰਤ ਸਿਖਰ ਸੰਮੇਲਨ 'ਚ ਬੋਲਦੇ ਹੋਏ ਪਟੋਰੀਆ ਨੇ ਕਿਹਾ ਕਿ ਜੇਕਰ H1 ਵੀਜ਼ਾ ਤੇ ਕੋਈ ਕੈਪ ਨਹੀਂ ਹੈ ਤਾਂ ਇਹ ਗ੍ਰੀਨ ਕਾਰਡ ਦੇ ਲਈ ਕਿਉਂ ਹੈ। ਪਟੋਰੀਆ ਨੇ ਇੱਥੇ ਆਯੋਜਿਤ ਸਿਖਰ ਸੰਮੇਲਨ 'ਚ ਕਿਹਾ, ਜਦੋਂ ਸਾਡੇ ਕੋਲ ਆਪਣੀਆਂ ਕੰਪਨੀਆਂ, ਕਾਰੋਬਾਰ ਅਤੇ ਅਰਥ ਵਿਵਸਥਾ ਦਾ ਸਮਰਥਨ ਕਰਨ ਦੇ ਲਈ H1 ਵੀਜ਼ਾ ਦੇਣ ਦੀ ਦੇਸ਼ ਦੀ ਸੀਮਾ ਨਹੀਂ ਹੈ ਤਾਂ ਗ੍ਰੀਨ ਕਾਰਡ ਦੀ ਸੀਮਾ ਕਿਉਂ ਜ਼ਰੂਰੀ ਹੈ। ਗ੍ਰੀਨ ਕਾਰਡ ਨੂੰ ਲੈ ਕੇ ਦੇਸ਼ਾਂ ਦੇ ਹਿਸਾਬ ਦੇ ਨਾਲ ਗਿਣਤੀ ਦੀ ਸੀਮਾ ਹੈ। ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਹਰ ਸਾਲ ਲਗਭਗ 1,40,000 ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਜਾਰੀ ਕੀਤੇ ਜਾ ਸਕਦੇ ਨੇ। ਹਾਲਾਂਕਿ ਇਹਨਾਂ ਦੇ ਵਿੱਚੋਂ ਕੇਵਲ 7% ਦੀ ਗ੍ਰੀਨ ਕਾਰਡ ਹੀ ਕਿਸੇ ਇੱਕ ਦੇਸ਼ ਦੇ ਲੋਕਾਂ ਨੂੰ ਮਿਲ ਸਕਦੇ ਨੇ। ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ ਲਗਭਗ 55 ਕਿਲੋਮੀਟਰ ਪੂਰਬ ਦੇ ਵਿੱਚ ਗਾਰਾਬੂਲੀ ਦੇ ਤੱਟ ਤੇ 21 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਇੱਕ ਸਮੂਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੀਬੀਆ ਦੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਲੀਬੀਆ ਦੇ ਗ੍ਰਹਿ ਮੰਤਰਾਲਾ ਦੇ ਵਿਸ਼ੇਸ਼ ਆਪਰੇਸ਼ਨ ਵਿਭਾਗ ਨੇ ਵੀਰਵਾਰ ਨੂੰ ਫੇਸਬੁੱਕ ਤੇ ਇੱਕ ਬਿਆਨ ਵਿੱਚ ਕਿਹਾ ਕਿ ਖੋਜ ਅਤੇ ਜਾਂਚ ਤੋਂ ਬਾਅਦ ਗਸ਼ਤੀ ਦਲਾਂ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਆਪਰੇਸ਼ਨ ਨੂੰ ਅਸਫਲ ਕਰਨ ਵਿੱਚ ਕਾਮਯਾਬ ਰਹੇ ਅਤੇ ਗੈਰਾਬੂਲੀ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਮ ਦੇ ਲਈ ਵਰਤੇ ਗਏ ਇੱਕ ਘਰ ਦੇ ਅੰਦਰ 21 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ। ਬਿਆਨ ਦੇ ਵਿੱਚ ਦੱਸਿਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਪ੍ਰਵਾਸੀ ਬੰਗਲਾਦੇਸ਼, ਪਾਕਿਸਤਾਨ, ਮਿਸਰ ਅਤੇ ਭਾਰਤ ਦੇ ਨੇ। ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮੁਤਾਬਕ ਲੀਬੀਆ ਦੇ ਤੱਟ ਰੱਖਿਅਕਾਂ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਕੁੱਲ 61 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ ਅਤੇ ਗਾਰਾਬੂਲੀ ਦੇ ਤੱਟ ਤੋਂ ਇੱਕ ਬੱਚੇ ਸਮੇਤ 11 ਹੋਰ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। 2011 ਚ ਮਰਹੂਮ ਨੇਤਾ ਮੁਅੰਮਰ ਗਦਾਫੀ ਨੇ ਸ਼ਾਸਨ ਦੇ ਪਤਨ ਤੋਂ ਬਾਅਦ ਦੇਸ਼ ਵਿੱਚ ਅਸੁਰੱਖਿਆ ਤੇ ਹਫੜਾ ਦਫੜੀ ਦੇ ਕਾਰਨਾਂ ਦੇ ਬਹੁਤ ਸਾਰੇ ਪ੍ਰਵਾਸੀ ਜ਼ਿਆਦਾਤਰ ਅਫਰੀਕੀ ਲੀਬੀਆ ਤੋਂ ਭੂਮੱਧ ਸਾਗਰ ਪਾਰ ਕਰਕੇ ਯੂਰਪੀ ਕਿਨਾਰਿਆਂ ਤੱਕ ਜਾਣ ਦੀ ਚੋਣ ਕਰਦੇ ਨੇ। ਇਸ ਸਾਲ ਹੁਣ ਤੱਕ ਲੀਬੀਆ ਦੇ ਅਧਿਕਾਰੀਆਂ ਦੁਆਰਾ ਕੁੱਲ 4,335 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਜਾਂ ਰੋਕਿਆ ਗਿਆ ਹੈ। ਇਸ ਦੌਰਾਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ ਲੀਬੀਆ ਦੇ ਤੱਟ ਤੋਂ ਮੱਧ ਭੂਮੱਧ ਸਾਗਰ ਮਾਰਗ ਤੇ 310 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 227 ਹੋਰ ਲਾਪਤਾ ਹੋ ਗਏ ਨੇ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਹਰ ਸਾਲ ਲੋਕ, ਖਾਸ ਕਰ ਨੌਜਵਾਨ ਵਰਗ, ਵਿਦੇਸ਼ਾਂ 'ਚ ਪੜ੍ਹਨ ਤੋਂ ਇਲਾਵਾ ਕੰਮ ਕਰਨ ਦੇ ਲਈ ਜਾਂਦੇ ਨੇ, ਪਰ ਕਈ ਵਾਰ ਨੌਜਵਾਨ ਵਰਗ ਨੂੰ ਪਾਸਪੋਰਟ ਮਿਲਣ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤਰੀ ਪਾਸਪੋਰਟ ਦਫ਼ਤਰ 'ਚ ਪਾਸਪੋਰਟ ਬਣਵਾਉਣ ਅਤੇ ਹੋਰ ਕੰਮ ਕਰਵਾਉਣ ਦੇ ਲਈ ਅਪਾਇੰਟਮੈਂਟਾਂ ਕਈ ਮਹੀਨੇ ਬਾਅਦ ਦੀਆਂ ਮਿਲ ਰਹੀਆਂ ਨੇ ਤੇ ਜੇਕਰ ਕਿਸੇ ਵਿਦਿਆਰਥੀ ਨੂੰ ਆਇਲਸ ਦੀ ਪ੍ਰੀਖਿਆ ਦੇਣ ਦੇ ਲਈ ਜ਼ਰੂਰੀ ਪਾਸਪੋਰਟ ਬਣਵਾਉਣਾ ਹੈ ਤਾਂ ਕਈਆਂ ਨੂੰ ਨਾਬਾਲਗ ਹੋਣ ਕਰਕੇ
ਮਾਤਾ ਪਿਤਾ ਸਮੇਤ ਤਤਕਾਲ ਵਿੱਚ ਪਾਸਪੋਰਟ ਬਣਵਾਉਣਾ ਪੈਂਦਾ ਹੈ। ਪਰ ਨੌਜਵਾਨਾਂ ਨੂੰ ਤਤਕਾਲ ਵਿੱਚ ਵੀ ਪਾਸਪੋਰਟ ਨਾ ਮਿਲਣ ਕਰਕੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਹ ਜਾਣਕਾਰੀ ਦੇ ਮੁਤਾਬਕ ਲੋਕਾਂ ਵੱਲੋਂ ਜੇਕਰ ਤਤਕਾਲ ਵਿੱਚ ਜ਼ਿਆਦਾ ਫੀਸ ਦੇ ਕੇ ਪਾਸਪੋਰਟ ਬਣਵਾਉਣ ਦੇ ਲਈ ਤਰੀਕ ਲਈ ਜਾਂਦੀ ਹੈ ਤਾਂ ਲੋਕ ਪਾਸਪੋਰਟ ਬਣਵਾਉਣ ਦੇ ਲਈ ਜਲੰਧਰ ਪਾਸਪੋਰਟ ਅਧਿਕਾਰੀਆਂ ਦੇ ਕੋਲ ਪਹੁੰਚਦੇ ਨੇ ਤਾਂ ਉਹਨਾਂ ਨੂੰ ਤਤਕਾਲ ਵਿੱਚ ਪਾਸਪੋਰਟ ਅਪਲਾਈ ਕਰਨ ਦਾ ਕਾਰਨ ਪੁੱਛਿਆ ਜਾਂਦਾ ਹੈ, ਜਿਸ ਤੇ ਤਤਕਾਲ ਵਿੱਚ ਪਾਸਪੋਰਟ ਬਣਵਾਉਣ ਆਏ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਬੱਚੇ ਨਾਬਾਲਗ ਨੇ ਅਤੇ ਉਹ ਵਿਦੇਸ਼ ਪੜ੍ਹਨ ਦੇ ਲਈ ਜਾਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਆਇਲਸ ਦਾ ਪੇਪਰ ਦੇਣਾ ਹੈ ਤੇ ਆਇਲਸ ਦੀ ਪ੍ਰੀਖਿਆ 'ਚ ਬੈਠਣ ਦੇ ਲਈ ਪਾਸਪੋਰਟ ਹੋਣਾ ਜ਼ਰੂਰੀ ਹੈ। ਨਾਬਾਲਗ ਦਾ ਪਾਸਪੋਰਟ ਨਾ ਬਣ ਸਕਦਾ ਹੈ ਜੇਕਰ ਬੱਚੇ ਦੇ ਮਾਤਾ-ਪਿਤਾ ਦਾ ਪਾਸਪੋਰਟ ਬਣਿਆ ਹੋਏ। ਇਸ ਦੇ ਲਈ ਉਹਨਾਂ ਨੇ ਤਤਕਾਲ ਦੇ ਵਿੱਚ ਪਾਸਪੋਰਟ ਅਪਲਾਈ ਕੀਤਾ ਹੈ ਤਾਂ ਮਾਤਾ-ਪਿਤਾ ਦੇ ਪਾਸਪੋਰਟ ਬਣਨ ਤੇ ਬੱਚੇ ਦਾ ਪਾਸਪੋਰਟ ਅਪਲਾਈ ਕਰਕੇ ਬੱਚੇ ਦਾ ਪਾਸਪੋਰਟ ਬਣਵਾਇਆ ਜਾ ਸਕੇ। ਪਾਸਪੋਰਟ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ। ਉਹਨਾਂ ਦੇ ਮੁਤਾਬਕ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਇੱਕ ਅਖਬਾਰ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਇਹ ਜਾਣਕਾਰੀ ਹੈ। ਇਸ ਬਾਰੇ ਪੁੱਛਣ ਤੇ ਅਧਿਕਾਰੀ ਕਹਿੰਦੇ ਨੇ ਕਿ ਇਹਨੇ ਤਤਕਾਲ ਪਾਸਪੋਰਟ ਬਣਾਉਣ ਦੀ ਉਹਨਾਂ ਨੂੰ ਆਗਿਆ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਦੀ ਆਗਿਆ ਨਹੀਂ ਹੈ ਤਾਂ ਲੋਕਾਂ ਦੀਆਂ ਤਤਕਾਲ ਦੀਆਂ ਅਰਜ਼ੀਆਂ ਕਿਉਂ ਭਰੀਆਂ ਜਾ ਰਹੀਆਂ ਨੇ। ਦੂਜੇ ਪਾਸੇ ਅਪਾਇੰਟਮੈਂਟਸ 3 ਮਹੀਨੇ ਬਾਅਦ ਦੀਆਂ ਮਿਲਦੀਆਂ ਨੇ। ਜੇਕਰ ਮਾਤਾ ਪਿਤਾ ਨੂੰ 3 ਮਹੀਨੇ ਬਾਅਦ ਦੀ ਪਾਸਪੋਰਟ ਬਣਾਉਣ ਦੀ ਤਾਰੀਖ ਮਿਲਦੀ ਹੈ ਤਾਂ ਉਹਨਾਂ ਦੇ ਪਾਸਪੋਰਟ ਬਣਨ ਤੋਂ ਬਾਅਦ ਬੱਚੇ ਦੇ ਪਾਸਪੋਰਟ ਬਣਵਾਉਣ ਦੇ ਲਈ 3 ਮਹੀਨੇ ਦਾ ਹੋਰ ਇੰਤਜ਼ਾਰ ਕਰਨਾ ਪਏਗਾ। ਇਸ ਤਰ੍ਹਾਂ ਦੇ ਨਾਲ ਬੱਚੇ ਦਾ ਪਾਸਪੋਰਟ ਬਣਨ ਦੇ ਲਈ 6 ਮਹੀਨੇ ਲੱਗ ਜਾਣਗੇ। ਇਸ ਮਾਮਲੇ 'ਚ ਖੇਤਰੀ ਪਾਸਪੋਰਟ ਅਫਸਰ ਦੇ ਨਾਲ ਸੰਪਰਕ ਵੀ ਨਹੀਂ ਹੋ ਸਕਿਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਇੱਕ ਵਾਰ ਫਿਰ ਹਾਸੇ ਦਾ ਕਾਰਨ ਬਣ ਗਏ ਨੇ। ਬੁੱਧਵਾਰ ਰਾਤ ਨੂੰ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਪ੍ਰੈਸ ਕਾਨਫਰੰਸ ਪਹੁੰਚੇ। ਉਹਨਾਂ ਦੇ ਹੱਥ ਵਿੱਚ ਇੱਕ ਕਾਗਜ਼ ਸੀ। ਇਸ ਵਿੱਚ ਲਿਖਿਆ ਗਿਆ ਸੀਗਾ ਕਿ ਕਿਹੜੇ ਸਵਾਲ ਪੁੱਛੇ ਜਾਣਗੇ ਅਤੇ ਰਾਸ਼ਟਰਪਤੀ ਨੇ ਉਹਨਾਂ ਦੇ ਕੀ ਜਵਾਬ ਦੇਣੇ ਹਨ। ਅਮਰੀਕੀ ਰਾਸ਼ਟਰਪਤੀ ਦੀ ਇਹ ਗੱਲ ਜਿਹੜੀ ਹੈ ਕੈਮਰਿਆਂ 'ਚ ਹੁਣ ਕੈਦ ਹੋ ਗਈ ਹੈ ਅਤੇ ਹੁਣ ਇਸ ਤੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ। ਮੀਡੀਆ ਪੁੱਛ ਰਿਹਾ ਹੈ ਕਿ ਪ੍ਰੈਸ ਕਾਨਫਰੰਸ ਫਿਕਸ ਸੀ, ਜੇ ਨਹੀਂ ਤਾਂ ਬਾਈਡਨ ਦੇ ਹੱਥ ਵਿੱਚ ਪਰਚੀ ਤੇ ਉਹੀ ਸਵਾਲ ਅਤੇ ਜਵਾਬ ਕਿਉਂ ਦਿੱਤੇ ਗਏ। ਬਾਈਡਨ ਦੀ ਪਿਛਲੇ ਸਾਲ ਦਸੰਬਰ 'ਚ ਅਤੇ ਉਸ ਤੋਂ ਪਹਿਲਾਂ ਜੂਨ 'ਚ ਵੀ ਇੱਕ ਗੱਲ ਫੜੀ ਗਈ ਸੀ। ਇਸ ਨੂੰ ਚੀਟ ਸ਼ੀਟ ਸਕੈਂਡਲ ਦਾ ਨਾਮ ਦਿੱਤਾ ਗਿਆ ਸੀ। ਬੁੱਧਵਾਰ ਨੂੰ ਜਦੋਂ ਬਾਈਡਨ ਮੀਡੀਆ ਦੇ ਨਾਲ ਗੱਲ ਕਰਨ ਪਹੁੰਚੇ ਤਾਂ ਉਹਨਾਂ ਦੇ ਹੱਥ ਵਿੱਚ ਕਾਗਜ਼ ਸੀ। ਇਹ ਉਹਨਾਂ ਨੂੰ ਸਲਾਹਕਾਰਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਸੀ। ਇੱਕ ਰਿਪੋਰਟ ਨੇ ਬਿਲਕੁਲ ਉਹੀ ਸਵਾਲ ਹੈ ਜਿਹੜਾ ਪੁੱਛਿਆ ਜੋ ਬਾਈਡਨ ਦੀ ਪਰਚੀ ਵਿੱਚ ਲਿਖਿਆ ਹੋਇਆ ਸੀ। ਰਾਸ਼ਟਰਪਤੀ ਨੇ ਵੀ ਉਹੀ ਜਵਾਬ ਪੜ੍ਹ ਕੇ ਸੁਣਾਇਆ ਜੋ ਉਹਨਾਂ ਦੇ ਨੋਟਿਸ ਵਿੱਚ ਲਿਖਿਆ ਗਿਆ ਸੀ। ਵਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਹੋਈ ਇਸ ਮੀਡੀਆ ਗੱਲਬਾਤ ਦੇ ਵਿੱਚ ਬਾਈਡਨ ਦੇ ਨਾਲ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਲ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਬਾਈਡਨ ਦੀ ਇਹ ਚੋਰੀ ਦੱਖਣੀ ਕੋਰੀਆ ਦੇ ਹੀ ਇੱਕ ਕੈਮਰਾਮੈਨ ਨੇ ਫੜੀ ਸੀ। ਇਹ ਸਵਾਲ ਪੁੱਛਣ ਵਾਲਾ ਰਿਪੋਰਟਰ ਲਾਸ ਏਂਜਲਸ ਟਾਈਮਜ਼ ਦਾ ਕੋਟਨੀ ਸੁਬਰਾਮਨੀਅਮ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬਾਈਡਨ ਦੀ ਪਰਚੀ ਤੇ ਰਿਪੋਰਟ ਦੀ ਫੋਟੋ ਵੀ ਸੀ। ਦੱਸ ਦਈਏ ਕਿ ਜਦੋਂ ਤੋਂ ਉਹ ਬਰਾਕ ਓਬਾਮਾ ਪ੍ਰਸ਼ਾਸਨ ਵਿੱਚ ਉਪ ਰਾਸ਼ਟਰਪਤੀ ਸਨ, ਬਾਈਡਨ ਦੀ ਮਾਨਸਿਕ ਸਿਹਤ ਤੇ ਸਵਾਲ ਉਠਾਏ ਗਏ। ਪਿਛਲੇ ਹਫ਼ਤੇ ਉਹਨਾਂ ਨੇ ਐਲਾਨ ਕੀਤਾ ਕਿ 2024 'ਚੋਂ ਫਿਰ ਤੋਂ ਰਾਸ਼ਟਰਪਤੀ ਦੀ ਚੋਣ ਲੜਨਗੇ। ਬਾਈਡਨ ਇਸ ਵੇਲੇ 80 ਸਾਲ ਦੇ ਨੇ। ਅਮਰੀਕਾ ਦੇ ਅਲਾਸਕਾ ਦੇ ਵਿੱਚ ਵੀਰਵਾਰ ਦੇਰ ਰਾਤ US ਆਰਮੀ ਦੇ 2 ਹੈਲੀਕਾਪਟਰ ਕ੍ਰੈਸ਼ ਹੋ ਗਏ। ਇਸ ਸਾਲ ਅਮਰੀਕਾ ਦੇ ਵਿੱਚ ਫੌਜ ਹੈਲੀਕਾਪਟਰ ਦੇ ਨਾਲ ਜੁੜੀ ਇਹ ਦੂਸਰੀ ਘਟਨਾ ਹੈ। ਅਮਰੀਕੀ ਫੌਜ ਅਲਾਸਕਾ ਦੇ ਬੁਲਾਰੇ ਨੇ ਕਿਹਾ ਹਾਦਸਾ ਟ੍ਰੇਨਿੰਗ ਦੌਰਾਨ ਹੋਇਆ। ਦੋਵੇਂ ਹੈਲੀਕਾਪਟਰਾਂ ਦੇ ਵਿੱਚ ਕੁੱਲ 4 ਲੋਕ ਸਵਾਰ ਸਨ। ਫਿਲਹਾਲ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ। ਅਮਰੀਕੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਿੱਲੀ ਕੋਲ ਦੁਰਘਟਨਾ ਵਾਲੀ ਥਾਂ ਤੇ ਲੋਕ ਮੌਜੂਦ ਨੇ। ਅਮਰੀਕੀ ਫੌਜ ਦੇ ਇੱਕ ਬੁਲਾਰੇ ਨੇ ਕਿਹਾ ਕਿ 2 ਅਪੈਕੇ AH-64 ਹੈਲੀਕਾਪਟਰ ਫੇਅਰਬੈਂਕਸ ਕੋਲ ਸਥਿਤ ਫੋਰਟ ਵੈਨ ਰਾਈਟ ਦੇ ਸਨ। ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਜ਼ਿਆਦਾ ਜਾਣਕਾਰੀ ਉਪਲਬਧ ਹੋਣ ਤੇ ਸੂਚਨਾ ਦਿੱਤੀ ਜਾਏਗੀ। ਅਲਾਸਕਾ ਸਟੇਟ ਟਰੂਪਰਸ ਦੇ ਬੁਲਾਰੇ ਆਸਟਿਨ ਨੇ ਕਿਹਾ ਕਿ ਇਸ ਹਾਦਸੇ ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਮਾਰਚ ਦੇ ਮਹੀਨੇ ਦੇ ਵਿੱਚ ਅਮਰੀਕਾ ਦੇ 2 ਆਧੁਨਿਕ ਲੜਾਕੂ ਹੈਲੀਕਾਪਟਰ ਬਲੈਕ ਹਾਕ ਦੁਰਘਟਨਾਗ੍ਰਸਤ ਹੋ ਗਏ ਸੀ। ਇਹ ਹੈਲੀਕਾਪਟਰ ਕੈਂਟਕੀ ਵਿੱਚ ਉੱਡ ਰਹੇ ਸਨ। ਇਸ ਦੌਰਾਨ ਟਕਰਾਅ ਦੇ ਚਲਦਿਆਂ ਉਸ ਵਿੱਚ ਅੱਗ ਲੱਗ ਗਈ। ਇਸ ਦੁਰਘਟਨਾ ਦੇ ਵਿੱਚ 9 ਫੌਜੀਆਂ ਦੀ ਜਾਨ ਚਲੀ ਗਈ ਸੀ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਸਟਫੋਰਡ ਨਿਵਾਸੀ ਪੰਜਾਬੀ ਓਵਰ ਡਰਾਈਵਰ ਅਮਨ ਸੂਦ ਤੇ ਗੋਰੇ ਸਵਾਰ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸਤੇ ਕਾਫੀ ਸੱਟਾਂ ਲੱਗੀਆਂ। ਅਮਨ ਸੂਦ ਨੇ ਦੱਸਿਆ ਕਿ ਉਸਨੇ ਸਵੇਰੇ 6:39 ਤੇ ਐਬਸਟਫੋਰਡ ਦੇ ਪਲਾਨਟ ਫਿਟਨੈਸ ਦੇ ਨੇੜਿਓਂ ਵਿਲੀਅਮ ਨਾਂ ਦੇ ਗੋਰੇ ਸਵਾਰ ਨੂੰ ਆਪਣੀ ਉਬਰ 'ਚ ਬਿਠਾਇਆ ਸੀ ਤੇ ਵਿਲੀਅਮ ਵੱਲੋਂ ਦੱਸੇ ਗਏ ਰਸਤੇ ਦੇ ਅਨੁਸਾਰ ਜਦੋਂ ਉਹ ਹਾਈਵੇ ਤੋਂ ਸੱਜੇ ਪਾਸੇ ਮੁੜਿਆ ਤਾਂ ਉਸਨੇ ਗਾਲਾਂ ਦੇ ਕੇ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਕੁਝ ਦੂਰ ਜਾ ਕੇ ਜਦੋਂ ਉਹ ਨਾ ਹਟਿਆ ਤਾਂ ਉਸਨੇ ਆਪਣੀ ਉਬਰ ਇੱਕ ਪੈਟਰੋਲ ਪੰਪ ਤੇ ਖੜੀ ਕਰ ਲਈ, ਜਿੱਥੇ ਗੁੱਸੇ 'ਚ ਅੱਗ ਬੁਬਲਾ ਹੋਏ ਵਿਲੀਅਮ ਨੇ ਉਸ ਤੇ ਹਮਲਾ ਕਰ ਦਿੱਤਾ। ਅਮਨ ਸੂਦ ਨੇ ਦੱਸਿਆ ਕਿ ਜਨਵਰੀ 2022 ਚ ਉਸਨੇ ਉਬਰ ਚਲਾਉਣੀ ਸ਼ੁਰੂ ਕੀਤੀ ਸੀ ਤੇ 1400 ਸਵਾਰੀਆਂ ਨੂੰ ਮੰਜ਼ਿਲ ਤੇ ਪਹੁੰਚਾ ਚੁੱਕਾ ਹੈ, ਪਰ ਇਸ ਘਟਨਾ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੁਲਿਸ ਅਮਨ ਸੂਦ ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਹੈ। ਅਮਰੀਕਾ ਦੇ ਪੈਂਸਿਲਵੇਨੀਆ 'ਚ ਹੁਣ ਦੀਵਾਲੀ ਦੀ ਛੁੱਟੀ ਹੋਏਗੀ, ਕਿਉਂਕਿ ਇਸ ਦਿਨ ਨੂੰ ਇੱਥੇ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਗਿਆ ਹੈ। ਪੈਂਸਿਲਵੇਨੀਆ ਦੇ ਸੈਨੇਟਰ ਨਿਕਲ ਸਾਵਲ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਸੰਯੁਕਤ ਰਾਜ ਪੈਂਸਿਲਵੇਨੀਆ ਨੇ ਹਿੰਦ ਤਿਉਹਾਰ ਦੀਵਾਲੀ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਹੈ। ਪੈਂਸਿਲਵੇਨੀਆ ਸਟੇਟ ਸੈਨੇਟ ਨੇ ਦੀਵਾਲੀ ਨੂੰ ਰਾਸ਼ਟਰੀ ਛੁੱਟੀ ਵਜੋਂ ਮਾਨਤਾ ਦੇਣ ਦੇ ਲਈ ਸਰਬਸੰਮਤੀ ਦੇ ਨਾਲ VOTING ਕੀਤੀ। ਸੈਨੇਟਰ ਸਵਾਲ ਨੇ ਟਵਿੱਟਰ ਤੇ ਲਿਖਿਆ ਕਿ ਇਸ ਤਿਉਹਾਰ ਨੂੰ ਮਨਾਉਣ ਵਾਲੇ ਸਾਰੇ ਪੈਂਸਿਲਵੇਨੀਆ ਦਾ ਸਵਾਗਤ ਹੈ। ਤੁਸੀਂ ਸਾਡੇ ਲਈ ਮਾਇਨੇ ਰੱਖਦੇ ਹੋ, ਜਿਵੇਂ ਕਿ ਮਾਈ ਟਵਿਨ ਟੀਅਰਸ ਦੁਆਰਾ ਰਿਪੋਰਟ ਕੀਤੀ ਗਈ ਹੈ। ਇਸ ਸਾਲ ਫਰਵਰੀ ਦੇ ਵਿੱਚ ਪੈਂਸਿਲਵੇਨੀਆ ਰਾਜ ਦੇ ਸੈਨੇਟਰ ਗ੍ਰੇਗ ਅਤੇ ਸੈਨੇਟਰ ਨਿਕਲ ਨੇ ਦੀਵਾਲੀ ਨੂੰ ਇੱਕ ਅਧਿਕਾਰਤ ਰਾਸ਼ਟਰੀ ਛੁੱਟੀ ਬਣਾਉਣ ਦੇ ਲਈ ਇੱਕ ਕਾਨੂੰਨ ਪੇਸ਼ ਕੀਤਾ ਸੀ। ਪੈਂਸਿਲਵੇਨੀਆ ਰਾਜ ਦੇ ਵਿੱਚ 2 ਲੱਖ ਤੋਂ ਵੱਧ ਦੱਖਣੀ ਏਸ਼ੀਆਈ ਮਾਈ ਟਵਿਨ ਟੀਅਰਸ ਦੀ ਰਿਪੋਰਟ ਦੇ ਅਨੁਸਾਰ ਪੈਂਸਿਲਵੇਨੀਆ ਰਾਜ ਦੇ ਵਿੱਚ 2 ਲੱਖ ਤੋਂ ਵੱਧ ਦੱਖਣੀ ਏਸ਼ੀਆਈ ਲੋਕ ਰਹਿੰਦੇ ਨੇ। ਇਹਨਾਂ ਸਭ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੌਰਾਨ ਹਰ ਕੋਈ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦਾ ਹੈ। ਰੋਥਮੈਨ ਨੇ ਕਿਹਾ ਕਿ ਹਜ਼ਾਰਾਂ ਪੈਂਸਿਲਵੇਨੀਅਨ ਹਰ ਸਾਲ ਦੀਵਾਲੀ ਮਨਾਉਂਦੇ ਨੇ, ਜਿਨ੍ਹਾਂ ਵਿੱਚ 34ਵੇਂ ਸੈਨੇਟੋਰੀਅਲ ਜ਼ਿਲ੍ਹੇ ਦੇ ਬਹੁਤ ਸਾਰੇ ਨਿਵਾਸੀ ਸ਼ਾਮਲ ਨੇ। ਦੀਵਾਲੀ ਰੌਸ਼ਨੀ ਅਤੇ ਇੱਕ ਦੂਜੇ ਨਾਲ ਜੁੜਨ ਦਾ ਤਿਉਹਾਰ ਹੈ। ਇਹ ਪੈਂਸਿਲਵੇਨੀਆ ਅਮਰੀਕਾ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਮੰਦਰਾਂ, ਪੂਜਾ ਘਰਾਂ ਅਤੇ ਕਮਿਊਨਿਟੀ ਸੈਂਟਰਾਂ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਤਿਉਹਾਰ ਸਰਕਾਰੀ ਮਾਨਤਾ ਦਾ ਹੱਕਦਾਰ ਹੈ। ਨਿਕਲ ਸਵਾਲ ਜੀ ਹਾਂ, ਭਾਰਤੀ ਮੂਲ ਦੇ ਸੈਨੇਟਰ ਨਿਕਲ ਸਾਵਲ ਨੇ ਕਿਹਾ ਕਿ ਆਓ ਹਨੇਰੇ ਤੇ ਰੌਸ਼ਨੀ ਦੇ ਬੇਅੰਤ ਸੰਘਰਸ਼ ਦੀ ਜਿੱਤ ਦਾ ਜਸ਼ਨ ਮਨਾਈਏ। ਇਹ ਸਾਡੀ ਜ਼ਿੰਦਗੀ ਵਿੱਚ ਇੱਕ ਨਵੇਂ ਮਕਸਦ ਦੀ ਉਮੀਦ ਦਿੰਦਾ ਹੈ। ਇਹ ਤਿਉਹਾਰ ਸਰਕਾਰੀ ਮਾਨਤਾ ਦਾ ਹੱਕਦਾਰ ਹੈ। ਮੈਨੂੰ ਇਸ ਸੰਬੰਧ ਦੇ ਵਿੱਚ ਸੈਨੇਟਰ 'ਚ ਸ਼ਾਮਲ ਹੋਣ ਦਾ ਮਾਣ ਮਹਿਸੂਸ ਹੋ ਰਿਹਾ। ਨਿਕਲ ਨੇ ਦੀਵਾਲੀ ਨੂੰ ਰਾਸ਼ਟਰੀ ਛੁੱਟੀ ਬਣਾਉਣ ਸੰਬੰਧੀ ਬਿੱਲ ਪਾਸ ਕਰਨ ਦੇ ਲਈ ਰੋਥਮੈਨ ਦਾ ਧੰਨਵਾਦ ਕੀਤਾ। ਇਸ ਸਾਲ ਦੀਵਾਲੀ ਦਾ ਤਿਉਹਾਰ ਨਵੰਬਰ ਮਹੀਨੇ 'ਚ ਮਨਾਇਆ ਜਾਏਗਾ। ਅਮਰੀਕਾ ਦੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਈਮਲ ਦੇ ਨਾਲ ਸੰਘਰਸ਼ ਦੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰਨ ਦੇ ਲਈ ਸ਼੍ਰੀਲੰਕਾ ਦੀ ਜਲ ਸੈਨਾ ਦੇ ਸਾਬਕਾ ਚੋਟੀ ਦੇ ਕਮਾਂਡਰ ਵਸੰਤ ਤੇ ਪਾਬੰਦੀ ਲਗਾ ਦਿੱਤੀ ਹੈ। ਕਰਨਲ ਗੌਡਾ ਪਿਛਲੇ 3 ਸਾਲਾਂ ਵਿੱਚ ਸ਼੍ਰੀਲੰਕਾ ਦੇ ਦੂਜੇ ਅਜਿਹੇ ਚੋਟੀ ਦੇ ਫੌਜੀ ਅਧਿਕਾਰੀ ਨੇ ਜਿਨ੍ਹਾਂ ਤੇ ਅਮਰੀਕਾ ਨੇ ਲੀਟੇ ਦੇ ਨਾਲ ਯੁੱਧ ਦੌਰਾਨ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਲਈ ਪਾਬੰਦੀ ਲਗਾਈ ਹੈ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ 2020 ਵਿੱਚ ਸ਼੍ਰੀਲੰਕਾ ਦੇ ਮੌਜੂਦਾ ਚੀਫ ਆਫ ਡਿਫੈਂਸ ਜਨਰਲ ਸ਼ਵੇਂਦਰ ਸਿਲਵਾ ਤੇ ਪਾਬੰਦੀਆਂ ਲਗਾਈਆਂ ਸਨ। ਸਿਲਵਾ ਲਿਟੇ ਦੇ ਖਿਲਾਫ ਆਖਰੀ ਲੜਾਈ ਦੌਰਾਨ ਫੌਜ ਦੇ ਡਿਵੀਜ਼ਨਲ ਮੁਖੀ ਸਨ ਤੇ ਬਾਅਦ ਵਿੱਚ ਉਹਨਾਂ ਨੂੰ ਕਮਾਂਡਰ ਬਣਾਇਆ ਗਿਆ ਸੀ। ਸਾਲ 2005 ਤੋਂ 2009 ਤੱਕ ਜਲ ਸੈਨਾ ਕਮਾਂਡਰ ਵਜੋਂ ਸੇਵਾ ਨਿਭਾਉਣ ਵਾਲੇ ਕਰਨਲ ਗੌਡਾ ਨੇ 2009 ਦੇ ਵਿੱਚ ਲਿਟੇ ਦੇ ਖਾਤਮੇ ਲਈ ਹੋਈ ਅੰਤਮ ਲੜਾਈ ਦੇ ਵਿੱਚ ਮੋਰਚਾ ਸੰਭਿਆ ਸੀ। ਬਾਅਦ ਵਿੱਚ ਉਹਨਾਂ ਨੂੰ ਜਾਪਾਨ ਅਤੇ ਸ਼੍ਰੀਲੰਕਾ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਅਮਰੀਕੀ ਵਿਦੇਸ਼ ਵਿਭਾਗ ਨੇ ਸ਼੍ਰੀਲੰਕਾ ਦੇ ਸਾਬਕਾ ਜਲ ਸੈਨਾ ਕਮਾਂਡਰ ਵਸੰਤ ਕਰਨਲ ਗੌਡਾ ਤੇ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਸ਼੍ਰੀਲੰਕਾਈ ਗ੍ਰਹਿ ਯੁੱਧ ਦੇ ਪੀੜਤਾਂ ਦੇ ਲਈ ਨਿਆਂ ਦੀ ਮੰਗ ਕਰਨਾ ਜਾਰੀ ਰੱਖੇਗਾ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਯਾਨੀ UNSC ਵਿੱਚ ਸਿਰਫ 5 ਦੇਸ਼ਾਂ ਨੂੰ ਵੀਟੋ ਪਾਵਰ ਦਿੱਤੇ ਜਾਣ ਤੋਂ ਇਸ ਦੀ ਸਿਆਸੀ ਦੁਰਵਰਤੋਂ ਨੂੰ ਲੈ ਕੇ ਭਾਰਤ ਭੜਕ ਗਿਆ ਹੈ। ਭਾਰਤ ਨੇ ਕਿਹਾ ਕਿ UNSC ਵਿੱਚ ਵੀਟੋ ਦੀ ਵਰਤੋਂ ਨੈਤਿਕ ਜ਼ਿੰਮੇਵਾਰੀਆਂ ਦੇ ਆਧਾਰ ਤੇ ਨਹੀਂ ਕੀਤੀ ਜਾਂਦੀ, ਸਗੋਂ ਸਿਆਸੀ ਵਿਚਾਰਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਅਤੇ ਕੇਵਲ 5 ਸਥਾਈ ਮੈਂਬਰਾਂ ਨੂੰ ਵੀਟੋ ਦੀ ਵਰਤੋਂ ਕਰਨ ਦਾ ਅਧਿਕਾਰ ਦੇਣਾ ਦੇਸ਼ਾਂ ਦੀ ਪ੍ਰਭੂਸੱਤਾ ਸੰਪੰਨ ਸਮਾਨਤਾ ਦੇ ਸੰਕਲਪ ਦੇ ਉਲਟ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਨਕ ਮਿਸ਼ਨ ਵਿੱਚ ਸਲਾਹਕਾਰ ਪ੍ਰਤੀਕ ਮਾਥੁਰ ਨੇ 193 ਮੈਂਬਰੀ ਜਨਰਲ ਅਸੈਂਬਲੀ ਦੁਆਰਾ ਵੀਟੋ ਪਹਿਲ ਨੂੰ ਪਾਸ ਕੀਤੇ ਜਾਣ ਦੇ 1 ਸਾਲ ਬਾਅਦ ਬੁੱਧਵਾਰ ਨੂੰ ਵੀਟੋ ਦੀ ਵਰਤੋਂ ਤੇ ਇੱਕ ਜਨਰਲ ਅਸੈਂਬਲੀ ਦੀ ਮੀਟਿੰਗ 'ਚ ਕਿਹਾ
ਕਿ ਪਿਛਲੇ 75 ਸਾਲਾਂ 'ਚ ਸਾਰੇ 5 ਸਥਾਈ ਮੈਂਬਰਾਂ ਨੇ ਵੀਟੋ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕੀਤੀ ਹੈ। ਕੁੱਲ 15 ਦੇਸ਼ਾਂ ਵਾਲੀ ਸੁਰੱਖਿਆ ਪਰਿਸ਼ਦ ਦੇ ਕੇਵਲ 5 ਸਥਾਈ ਮੈਂਬਰ ਚਾਈਨਾ, ਫਰਾਂਸ, ਰਸ਼ੀਆ, ਬ੍ਰਿਟੇਨ ਅਤੇ ਅਮਰੀਕਾ ਨੇ ਅਤੇ ਉਹਨਾਂ ਕੋਲ ਹੀ ਵੀਟੋ ਇਸਤੇਮਾਲ ਕਰਨ ਦਾ ਅਧਿਕਾਰ ਹੈ। ਬਾਕੀ ਮੈਂਬਰ ਅਸਥਾਈ ਤੌਰ ਤੇ 2 ਸਾਲਾਂ ਲਈ ਚੁਣੇ ਜਾਂਦੇ ਨੇ ਅਤੇ ਉਹਨਾਂ ਨੂੰ ਵੀਟੋ ਦਾ ਅਧਿਕਾਰ ਨਹੀਂ ਹੁੰਦਾ। ਮਾਥੁਰ ਨੇ ਕਿਹਾ, ਵੀਟੋ ਦੀ ਵਰਤੋਂ ਨੈਤਿਕ ਜ਼ਿੰਮੇਵਾਰੀਆਂ ਦੁਆਰਾ ਨਹੀਂ ਬਲਕਿ ਰਾਜਨੀਤਿਕ ਵਿਚਾਰਾਂ ਦੁਆਰਾ ਪ੍ਰੇਰਿਤ ਹੈ। ਜਦੋਂ ਤੱਕ ਇਹ ਮੌਜੂਦ ਹੈ, ਵੀਟੋ ਦੇ ਅਧਿਕਾਰ ਵਾਲੇ ਮੈਂਬਰ ਦੇਸ਼ ਅਜਿਹਾ ਕਰਦੇ ਰਹਿਣਗੇ, ਭਾਵੇਂ ਕੋਈ ਵੀ ਨੈਤਿਕ ਦਬਾਅ ਕਿਉਂ ਨਾ ਹੋਏ। ਜਦੋਂ ਵੀਟੋ ਪਹਿਲ ਸੰਬੰਧੀ ਮਤਾ ਪਾਸ ਕੀਤਾ ਗਿਆ ਸੀ, ਉਦੋਂ ਭਾਰਤ ਨੇ ਮਤੇ ਦੀ ਪੇਸ਼ਕਾਰੀ ਵਿੱਚ ਸ਼ਮੂਲੀਅਤ ਦੀ ਘਾਟ ਤੇ ਅਫਸੋਸ ਪ੍ਰਗਟ ਕੀਤਾ ਸੀ। ਮਾਥੁਰ ਨੇ ਦੁਹਰਾਇਆ ਕਿ ਵੀਟੋ ਦਾ ਮਤਾ ਬਦਕਿਸਮਤੀ ਦੇ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸੁਧਾਰਾਂ ਲਈ ਇੱਕ ਸੀਮਤ ਪਹੁੰਚ ਨੂੰ ਦਰਸਾਉਂਦਾ ਹੈ ਅਤੇ ਇਸ ਸਮੱਸਿਆ ਦੇ ਮੂਲ ਕਾਰਨ ਨਜ਼ਰਅੰਦਾਜ਼ ਕਰਦੇ ਹੋਏ ਇੱਕ ਪਾਸੇ ਨੂੰ ਉਜਾਗਰ ਕਰਦਾ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਮਰੀਕਾ ਭਾਈਵਾਲੀ ਅਜਿਹੇ ਪੜਾਅ ਤੇ ਹੈ ਜੋ ਨਾ ਕੇਵਲ ਦੋਵੇਂ ਦੇਸ਼ਾਂ ਸਗੋਂ ਵਿਸ਼ਵ ਦੇ ਹਿੱਤ ਵਿੱਚ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਵੱਡੇ ਬਦਲਾਅ ਹੋ ਰਹੇ ਨੇ। ਬੁੱਧਵਾਰ ਨੂੰ ਯੂਐਸ ਕੈਪੀਟਲ ਹਿੱਲ ਵਿਖੇ ਭਾਰਤੀ ਅਮਰੀਕੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਆਪਣੇ ਸੰਬੰਧਾਂ ਨੂੰ ਹੋਰ ਡੂੰਘਾ ਕਰ ਰਹੇ ਨੇ ਅਤੇ ਖਾਸ ਤੌਰ ਤੇ ਭਾਰਤੀ ਪ੍ਰਵਾਸੀ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਤਿਆਰ ਨੇ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਕੁਝ ਵੱਡੇ ਬਦਲਾਅ ਹੋ ਰਹੇ ਨੇ ਜੋ ਭਾਰਤ ਅਮਰੀਕੀ ਸਾਂਝੇਦਾਰੀ ਵਿੱਚ ਵੀ ਦਿਖਾਈ ਦੇ ਰਹੇ ਨੇ। ਸੰਧੂ ਦੇ ਮੁਤਾਬਕ ਉਹਨਾਂ ਨੂੰ ਲੱਗਦਾ ਹੈ ਕਿ ਇਸ ਦਾ ਪਹਿਲਾ ਅਤੇ ਪ੍ਰਮੁੱਖ ਪਹਿਲੂ ਇਹ ਹੈ ਕਿ ਭਾਰਤ ਇੱਕ ਪ੍ਰਾਚੀਨ ਸੱਭਿਅਤਾ ਹੈ, ਪਰ ਇਸ ਦੇ ਨਾਲ ਹੀ ਇਹ ਇੱਕ ਬਹੁਤ ਹੀ ਨੌਜਵਾਨ ਦੇਸ਼ ਵੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇ 1.4 ਅਰਬ ਲੋਕਾਂ ਦੇ ਵਿੱਚੋਂ 50% 26 ਸਾਲ ਦੇ ਨੇ। ਇੱਕ ਅਮਰੀਕੀ ਸਿਵਲ ਕੋਰਟ ਵਿੱਚ ਪੱਤਰਕਾਰ ਤੇ ਲੇਖਿਕਾ ਜੀਨ ਕੈਰੋਲ ਨੇ ਆਪਣੀ ਪਟੀਸ਼ਨ ਤੇ ਜਿਰਾ ਦੇ ਪਹਿਲੇ ਦਿਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਲਾਏ ਜਬਰ ਜਨਾਹ ਦੇ ਦੋਸ਼ਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਮੈਂ ਇੱਥੇ ਨਿਆਂ ਲੈਣ ਦੇ ਲਈ ਆਈ ਹਾਂ। ਸਾਬਕਾ ਰਾਸ਼ਟਰਪਤੀ ਦੇ ਵਿਰੁੱਧ ਦਾਇਰ ਮਾਨਹਾਨੀ ਪਟੀਸ਼ਨ ਤੇ ਸ਼ੁਰੂ ਹੋਈ ਬਹਿਸ ਦੇ ਦੌਰਾਨ ਕੈਰੋਲ ਨੇ ਕਿਹਾ ਕਿ 1996 ਵਿੱਚ ਮੇਰੇ ਨਾਲ ਟਰੰਪ ਵੱਲੋਂ ਜਬਰ ਜਨਾਹ ਕੀਤਾ ਗਿਆ ਸੀ, ਪਰ ਉਸ ਸਮੇਂ ਮੈਂ ਡਰ ਗਈ ਸੀ, ਜਿਸ ਕਰਕੇ ਚੁੱਪ ਰਹੀ। ਸਾਬਕਾ ਰਾਸ਼ਟਰਪਤੀ ਜੋ ਸੁਣਵਾਈ 'ਚ ਸ਼ਾਮਲ ਨਹੀਂ ਹੋਏ ਨੇ ਆਪਣੀ ਟਰੁਥ ਸੋਸ਼ਲ ਵੈਬਸਾਈਟ ਦੇ ਉੱਪਰ ਕਿਹਾ ਕਿ ਇਹ ਮਾਮਲਾ ਝੂਠ ਤੇ ਮਨਘੜਤ ਹੈ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਬੁੱਧਵਾਰ ਦੀ ਰਾਤ ਇੱਕ ਸੰਘੀ ਅਦਾਲਤ ਨੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਨਸ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਰੱਦ ਕਰਨ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰਨ ਵਾਲੀ ਇੱਕ ਜਾਂਚ ਜਿਊਰੀ ਦੇ ਸਾਹਮਣੇ ਪੇਸ਼ ਹੋਣ ਦੇ ਕਰੀਬ ਲਿਆਂਦਾ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਦੁਆਰਾ ਗਵਾਹੀ ਨੂੰ ਪ੍ਰਭਾਵਿਤ ਕਰਨ ਦੀ ਬੋਲੀ ਨੂੰ ਖਾਰਜ ਕਰ ਦਿੱਤਾ। ਇਹ ਤੁਰੰਤ ਸਪਸ਼ਟ ਨਹੀਂ ਸੀ ਕਿ ਗੈਰਾਰਡ ਜਿਊਰੀ ਦੇ ਸਾਹਮਣੇ ਇਹਨਾਂ ਦਾ ਕਿਸ ਦਿਨ ਪੇਸ਼ ਹੋ ਸਕਦੇ ਨੇ, ਜੋ ਮਹੀਨਿਆਂ ਤੋਂ 6 ਜਨਵਰੀ 2021 ਤੋਂ ਪਹਿਲਾਂ ਦੀਆਂ ਘਟਨਾਵਾਂ 'ਚ ਜਾਂਚ ਕਰ ਰਿਹਾ, ਜਿਸ ਵਿੱਚ ਅਮਰੀਕੀ ਰਾਜਧਾਨੀ 'ਚ ਵਿਦਰੋਹ ਅਤੇ ਟਰੰਪ ਤੇ ਉਸ ਦੇ ਸਹਿਯੋਗੀਆਂ ਦੁਆਰਾ ਚੋਣ ਨਤੀਜਿਆਂ ਨੂੰ ਪਲਟਣ ਦੀਆਂ ਕੋਸ਼ਿਸ਼ਾਂ ਸ਼ਾਮਲ ਨੇ। ਪਰ ਉਹਨਾਂ ਦੀ ਗਵਾਹੀ 2024 ਦੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਪ੍ਰਵੇਸ਼ ਕਰਨ ਦੇ ਕਰੀਬ ਆਉਣ ਦੇ ਬਾਅਦ ਜਾਂਚ ਵਿੱਚ ਇੱਕ ਮੀਲ ਪੱਥਰ ਹੋਏਗਾ ਅਤੇ ਸੰਭਾਵੀ ਰੂਪ ਦੇ ਨਾਲ ਸਰਕਾਰੀ ਵਕੀਲਾਂ ਨੂੰ ਇੱਕ ਮਹੱਤਵਪੂਰਨ ਮੌਕਾ ਦੇਗਾ, ਕਿਉਂਕਿ ਉਹ ਆਪਣੀ ਪੁੱਛਗਿੱਛ ਦੇ ਨਾਲ ਅੱਗੇ ਵਧ ਰਹੇ ਨੇ। ਆਪਣੇ ਮਾਲਕ ਦੀ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 60 ਸਾਲਾ ਸਾਬਕਾ ਮੋਟਲ ਮੈਨੇਜਰ ਰਿਚਰਡ ਵੱਲੋਂ ਦਾਇਰ ਰਹਿਮ ਦੀ ਅਪੀਲ ਓਕਲਾਹੋਮਾ ਦੇ ਪਾਰਡਨ ਐਂਡ ਪੈਰੋਲ ਬੋਰਡ ਦੇ ਰੱਦ ਕਰ ਦਿੱਤੀ ਹੈ। ਬੋਰਡ ਦੇ 5 ਮੈਂਬਰਾਂ 'ਚੋਂ 2 ਨੇ ਰਹਿਮ ਦੀ ਅਪੀਲ ਦੇ ਹੱਕ 'ਚ ਤੇ 2 ਨੇ ਅਪੀਲ ਵਿਰੁੱਧ ਵੋਟ ਪਾਈ, ਜਦਕਿ ਇੱਕ ਮੈਂਬਰ ਨੇ ਵੋਟ ਵਿੱਚ ਹਿੱਸਾ ਨਹੀਂ ਲਿਆ। ਓਕਲਾਹੋਮਾ ਅਟਾਰਨੀ ਜਨਰਲ ਗੈਟਨਰ ਡੂਰੂਮੌਂਡ, ਜਿਨ੍ਹਾਂ ਵੱਲੋਂ ਰਹਿਮ ਦੀ ਅਪੀਲ ਦਾ ਸਮਰਥਨ ਕੀਤਾ ਗਿਆ, ਵੀ ਬੋਰਡ ਦੀ ਮੀਟਿੰਗ 'ਚ ਹਾਜ਼ਰ ਸੀ। 3 ਘੰਟੇ ਚੱਲੀ ਸੁਣਵਾਈ ਦੇ ਦੌਰਾਨ ਬੋਰਡ ਨੇ ਡੂਰੂਮੌਂਡ, ਆਜ਼ਾਦ ਜਾਂਚਕਾਰਾਂ, ਗਲੌਸਿਪ ਦੇ ਵਕੀਲਾਂ ਤੇ ਖੁਦ ਗਲੌਸਿਪ ਦੇ ਪੱਖ ਨੂੰ ਸੁਣਾਇਆ। ਸੁਣਵਾਈ ਦੇ ਦੌਰਾਨ ਗਲੌਸਿਪ ਨੇ ਕਿਹਾ ਕਿ ਮੈਂ ਕਾਤਲ ਨਹੀਂ ਹਾਂ, ਮੈਂ ਮੌਤ ਦੀ ਸਜ਼ਾ ਦਾ ਹੱਕਦਾਰ ਨਹੀਂ ਹਾਂ। ਬਾਅਦ ਵਿੱਚ ਗਲੌਸਿਪ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਤੇ ਰੋਕ ਲਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਦਰਖਾਸਤ ਦਾਇਰ ਕੀਤੀ। ਗਲੌਸਿਪ ਨੂੰ 18 ਮਈ ਨੂੰ ਜ਼ਹਿਰ ਦਾ ਟੀਕਾ ਲਾਇਆ ਜਾਣਾ ਹੈ। ਇਸ ਤੋਂ ਪਹਿਲਾਂ 8 ਵਾਰ ਕਾਨੂੰਨੀ ਚਾਰਾਜੋਈ ਤੇ ਹੋਰ ਕਾਰਨਾਂ ਕਾਰਨ ਮੌਤ ਦੀ ਸਜ਼ਾ ਉੱਪਰ ਅਮਲ ਨਹੀਂ ਹੋ ਸਕਿਆ।
ਸ਼੍ਰੋਮਣੀ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੀ ਹੰਗਾਮੀ ਮੀਟਿੰਗ ਪਾਰਟੀ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਰਖੜਾ ਦੀ ਪ੍ਰਧਾਨਗੀ ਦੇ ਵਿੱਚ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪੰਥ ਰਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬੋਲਦੇ ਵਾਸ਼ਿੰਗਟਨ ਸਟੇਟ ਅਕਾਲੀ ਦਲ ਦੇ ਪ੍ਰਧਾਨ ਚੇਤ ਸਿੰਘ ਸਿੱਧੂ ਅਤੇ ਸਟੇਟ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਬਿੰਦਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਸਰਦਾਰ ਬਾਦਲ ਦੇ ਅਕਾਲ ਚਲਾਣੇ ਦੇ ਨਾਲ ਪਾਰਟੀ ਨੂੰ ਅਤੇ ਪੰਜਾਬ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਿੰਡ ਰਸੂਲਪੁਰ ਦੇ ਕਿਸਾਨ ਆਗੂ ਅਜੀਤ ਸਿੰਘ ਮੱਲੀ ਦੇ ਪੋਤੇ ਅਤੇ ਬਚਿੱਤਰ ਸਿੰਘ ਦੇ 13 ਸਾਲਾ ਸਪੁੱਤਰ ਗੁਰਸ਼ਾਨ ਸਿੰਘ ਨੇ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਵਿੱਚ ਹੋਈਆਂ ਖੇਡਾਂ 'ਚ ਕਾਂਸੀ ਤਮਗਾ ਜਿੱਤ ਕੇ ਆਪਣੇ ਪਰਿਵਾਰ ਦੇ ਪਿੰਡ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਅਜੀਤ ਸਿੰਘ ਮੱਲੀ ਨੇ ਦੱਸਿਆ ਕਿ ਗੁਰਸ਼ਾਨ ਸਿੰਘ ਕੈਨੇਡਾ ਵਿਖੇ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਬਹੁਤ ਸ਼ੌਕ ਹੈ ਅਤੇ ਸਾਨੂੰ ਉਸ ਤੇ ਆਸ ਹੈ ਕਿ ਉਹ ਵਿਦੇਸ਼ ਵਿੱਚ ਚੰਗੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਮ ਰੌਸ਼ਨ ਕਰੇਗਾ। ਕੈਨੇਡਾ 'ਚ ਸਰਕਾਰ ਦੇ ਨਾਲ ਤਨਖਾਹਾਂ ਦੇ ਵਾਧੇ ਅਤੇ ਵੱਧ ਸਹੂਲਤਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਦੇ 1.5 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਬੀਤੇ 1 ਹਫ਼ਤੇ ਤੋਂ ਜਾਰੀ ਹੈ। ਇਸ ਹੜਤਾਲ ਦੇ ਚਲਦਿਆਂ ਜਿੱਥੇ ਮੁਲਾਜ਼ਮ ਜਗ੍ਹਾ-ਜਗ੍ਹਾ ਰੋਸ ਮੁਜ਼ਾਹਰੇ ਕਰ ਰਹੇ ਨੇ, ਉੱਥੇ ਕੇਂਦਰ ਸਰਕਾਰ ਦੇ ਅਦਾਰਿਆਂ 'ਚ ਕੰਮਕਾਜ ਪ੍ਰਭਾਵਿਤ ਹੋਣ ਕਰਕੇ ਲੋਕਾਂ ਵਾਸਤੇ ਬੇਯਕੀਨੀ ਵਾਲਾ ਮਾਹੌਲ ਹੈ। ਹੜਤਾਲ ਦੌਰਾਨ ਹੋਰ ਵਿਭਾਗਾਂ ਦੇ ਨਾਲ ਹੀ ਕੈਨੇਡਾ ਦੇ ਵੀਜ਼ਾ, ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੀਆਂ ਅਰਜ਼ੀਆਂ ਦੇ ਨਿਪਟਾਰੇ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਵਿਦੇਸ਼ਾਂ 'ਚ ਵੀ ਲੋਕਾਂ ਨੂੰ ਵੱਧ ਇੰਤਜ਼ਾਰ ਕਰਨਾ ਪੈ ਸਕਦਾ ਹੈ। ਪਦਮ ਭੂਸ਼ਣ ਐਵਾਰਡੀ ਤੇ ਭਾਰਤੀ ਅਮਰੀਕੀ ਆਗੂ ਸਵਦੇਸ਼ ਚੈਟਰਜੀ ਨੇ ਕਿਹਾ ਕਿ ਅਮਰੀਕਾ ਰਹਿੰਦੇ ਭਾਰਤੀ ਅਮਰੀਕੀ ਭਾਈਚਾਰੇ ਦੀ ਗਿਣਤੀ ਭਾਵੇਂ ਛੋਟੀ ਹੈ, ਪਰ ਉਹ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ ਨੇ। ਚੈਟਰਜੀ, ਜਿਨ੍ਹਾਂ ਨੂੰ 2001 ਵਿੱਚ ਪਦਮ ਭੂਸ਼ਣ ਦੇ ਨਾਲ ਨਿਵਾਜਿਆ ਗਿਆ ਸੀ, ਤੇ ਭਾਰਤ ਅਮਰੀਕਾ ਦੁਵੱਲੇ ਰਿਸ਼ਤਿਆਂ ਨੂੰ ਦਿਸ਼ਾ ਵਿੱਚ ਅਹਿਮ ਭੂਮਿਕਾ ਰਹੀ ਹੈ। ਚੈਟਰਜੀ ਨੇ ਕਿਹਾ ਕਿ ਦੋਵਾਂ ਮੁਲਕਾਂ ਕੋਲ ਸਾਫ਼ ਊਰਜਾ, ਆਲਮੀ ਸਿਹਤ ਤੇ ਨਵੀਆਂ ਕਾਢਾਂ ਸਣੇ ਹੋਰ ਕਈ ਅਹਿਮ ਖੇਤਰਾਂ 'ਚ ਅਸੀਮ ਮੌਕੇ ਨੇ। ਉੱਤਰੀ ਕੈਰੋਲੀਨਾ ਆਧਾਰਿਤ ਚੈਟਰਜੀ ਨੇ ਇੱਕ ਸਮਾਗਮ ਦੇ ਦੌਰਾਨ ਕਿਹਾ, ਭਾਰਤੀ ਅਮਰੀਕੀ ਭਾਈਚਾਰਾ ਅੱਜ ਭਾਵੇਂ ਗਿਣਤੀ ਪੱਖੋਂ ਛੋਟਾ ਹੈ, ਪਰ ਇਹ ਅਮਰੀਕਾ ਤੇ ਭਾਰਤ ਦੀ ਵਿਦੇਸ਼ ਨੀਤੀ ਨੂੰ ਬਦਲਣ ਦੀ ਸਿਆਸੀ ਤਾਕਤ ਰੱਖਦਾ ਹੈ। ਭਾਰਤੀ ਅਮਰੀਕੀ ਭਾਈਚਾਰੇ ਨੂੰ ਆਪਣੇ ਉੱਤੇ ਮਾਣ ਹੋਣਾ ਚਾਹੀਦਾ ਹੈ। ਪਰਮਾਣੂ ਟੈਸਟ ਕਰਨ ਮਗਰੋਂ ਭਾਰਤ ਤੇ ਲੱਗੀਆਂ ਪਾਬੰਦੀਆਂ ਹਟਾਉਣ ਸਣੇ ਤੇ ਅਮਰੀਕੀ ਸੰਸਦ ਤੋਂ ਗੈਰ ਫੌਜੀ ਪਰਮਾਣੂ ਕਰਾਰ ਪਾਸ ਕਰਵਾਉਣ ਵਿੱਚ ਚੈਟਰਜੀ ਦੀ ਅਹਿਮ ਭੂਮਿਕਾ ਸੀ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਾਪਤਾ 6 ਸਾਲਾ ਨੋਏਲ ਦੇ ਭਾਰਤੀ ਅਮਰੀਕੀ ਮਤਰੇਏ ਪਿਤਾ ਤੇ ਇੱਕ ਹੋਰ ਦੋਸ਼ ਲਗਾਇਆ ਗਿਆ। ਦੋਸ਼ ਦੇ ਮੁਤਾਬਕ ਪਿਛਲੇ ਮਹੀਨੇ ਆਪਣੀ ਪਤਨੀ ਅਤੇ ਉਸਦੇ 6 ਬੱਚਿਆਂ ਦੇ ਨਾਲ ਭਾਰਤ ਜਾਣ ਤੋਂ ਪਹਿਲਾਂ ਉਸਨੇ ਆਪਣੇ ਮਾਲਕ ਦੇ $10,000 ਚੋਰੀ ਕੀਤੇ ਸੀ। ਟੈਕਸਾਸ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਐਵਰਮੈਨ ਦੇ ਪੁਲਿਸ ਮੁਖੀ ਕ੍ਰੇਗ ਸਪੈਂਸਰ ਨੇ ਮੰਗਲਵਾਰ ਨੂੰ ਕਿਹਾ ਕਿ ਜੋੜੇ ਅਰਸ਼ਦੀਪ ਸਿੰਘ ਅਤੇ ਉਸਦੀ ਪਤਨੀ ਖਿਲਾਫ ਚੋਰੀ ਦੇ ਮਾਮਲੇ ਦੇ ਇਲਾਵਾ ਤੇ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਜਾਨ ਨੂੰ ਖਤਰੇ 'ਚ ਪਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਭਗੌੜਿਆਂ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਦੇ ਹਵਾਲੇ ਕੀਤਾ ਜਾਏ ਤਾਂ ਜੋ ਅਸੀਂ ਉਹਨਾਂ ਤੋਂ ਨੋਇਲਾ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਹਾਸਲ ਕਰ ਸਕੀਏ। ਉਹਨਾਂ ਨੇ ਕਿਹਾ ਕਿ ਉਹ ਸਿੰਡੀ ਰੋਡਰਿਗਜ਼ ਸਿੰਘ ਅਤੇ ਉਸਦੀ ਪਤੀ ਅਰਸ਼ਦੀਪ ਸਿੰਘ ਨੂੰ ਲੱਭਣ ਅਤੇ ਸਪੁਰਦ ਕਰਨ ਲਈ ਅੰਤਰਰਾਸ਼ਟਰੀ ਭਾਈਵਾਲਾ ਨਾਲ ਕੰਮ ਕਰਨ ਦੇ ਲਈ ਸੰਘੀ ਅਧਿਕਾਰੀਆਂ ਤੇ ਨਿਰਭਰ ਨੇ। ਲਾਪਤਾ ਬੱਚੇ ਦੇ ਰਿਸ਼ਤੇਦਾਰਾਂ ਦੇ ਅਨੁਸਾਰ ਪੁਲਿਸ ਨੇ ਮੰਗਲਵਾਰ ਨੂੰ ਨੋਇਲ ਰੋਡਰਿਗਜ਼ ਅਲਵਾਰੇਜ਼ ਦੇ ਲਾਪਤਾ ਹੋਣ ਦੇ ਮਾਮਲੇ 'ਚ ਨਵੇਂ ਵੇਰਵੇ ਜਾਰੀ ਕੀਤੇ। ਨੋਇਲ ਨੂੰ ਆਖਰੀ ਵਾਰ ਅਕਤੂਬਰ 2022 'ਚ ਦੇਖਿਆ ਗਿਆ ਸੀ। ਸਪੈਂਸਰ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਹੁਣ ਲਾਪਤਾ ਬੱਚੇ ਦੇ ਮਤਰੇਏ ਪਿਤਾ ਅਰਸ਼ਦੀਪ ਸਿੰਘ ਖਿਲਾਫ ਚੋਰੀ ਦਾ ਦੋਸ਼ ਦਰਜ ਕੀਤਾ ਹੈ। ਸਪੈਂਸਰ ਅਨੁਸਾਰ ਅਰਸ਼ਦੀਪ ਸਿੰਘ ਨੇ ਪਿਛਲੇ ਮਹੀਨੇ ਦੇਸ਼ ਛੱਡਣ ਤੋਂ ਕੁਝ ਘੰਟੇ ਪਹਿਲਾਂ ਰੋਜ਼ਾਨਾ ਕਰਿਆਨੇ ਦੀਆਂ ਦੁਕਾਨਾਂ ਤੇ ਉਤਪਾਦ ਡਿਲੀਵਰ ਕੀਤੇ ਅਤੇ ਕਥਿਤ ਤੌਰ ਤੇ ਆਪਣੇ ਮਾਲਕ ਤੋਂ $10,000 ਦੀ ਨਕਦੀ ਦੀ ਚੋਰੀ ਨੂੰ ਲੁਕਾਉਣ ਦੇ ਲਈ ਜਾਲੀ ਦਸਤਾਵੇਜ਼ ਦੀ ਵਰਤੋਂ ਕੀਤੀ। ਸਪੈਂਸਰ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਵੱਡੀ ਜਮ੍ਹਾਂ ਰਕਮ ਦੇ ਸੰਦਰਭ ਦੇ ਵਿੱਚ ਕੰਪਨੀ ਨੂੰ ਜਾਲੀ ਦਸਤਾਵੇਜ਼ ਅਤੇ ਗੁੰਮ ਹੋਏ ਪੈਸੇ ਸੰਬੰਧੀ ਜਾਣਕਾਰੀ ਦਿੱਤੀ। ਕਈ ਸਾਲਾਂ ਤੱਕ ਸਿਆਸੀ ਵਿਰੋਧ ਤੇ ਪਾਰਲੀਮੈਂਟਰੀ ਘੋਖ ਦਾ ਸਾਹਮਣਾ ਕਰਨ ਤੋਂ ਬਾਅਦ ਫੈਡਰਲ ਲਿਬਰਲ ਸਰਕਾਰ ਦਾ ਆਨਲਾਈਨ ਸਟ੍ਰੀਮਿੰਗ ਐਕਟ, ਜਿਸ ਨੂੰ ਬਿੱਲ C-11 ਵਜੋਂ ਵੀ ਜਾਣਿਆ ਜਾਂਦਾ ਹੈ, ਸੈਨੇਟ ਵਿੱਚ ਪਾਸ ਹੋ ਗਿਆ। ਸ਼ਾਹੀ ਮੋਹਰ ਲੱਗਣ ਤੋਂ ਬਾਅਦ ਹੁਣ ਇਹ ਬਿੱਲ ਕਾਨੂੰਨ ਦਾ ਰੂਪ ਲੈ ਲਏਗਾ। ਵੀਰਵਾਰ ਸ਼ਾਮ ਨੂੰ ਬਿੱਲ C-11 ਨੂੰ ਸੈਨੇਟ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ। ਕੈਨੇਡੀਅਨ ਹੈਰੀਟੇਜ ਮੰਤਰੀ ਪਾਬਲੋ ਵੱਲੋਂ ਸਪਾਂਸਰ ਇਸ ਬਿੱਲ ਨੂੰ ਕੁਝ ਸੋਧਾਂ ਤੋਂ ਬਾਅਦ ਸੈਨੇਟਰਜ਼ ਨੇ ਪਾਸ ਕਰ ਦਿੱਤਾ।
ਜ਼ਿਕਰਯੋਗ ਹੈ ਕਿ 1991 ਤੋਂ ਬਾਅਦ ਪਹਿਲੀ ਵਾਰ ਬ੍ਰਾਡਕਾਸਟਿੰਗ ਐਕਟ ਵਿੱਚ ਸੁਧਾਰ ਦੇ ਲਈ ਰਾਹ ਪੱਧਰਾ ਹੋਇਆ ਹੈ ਤੇ ਇਸ ਦੌਰਾਨ ਆਨਲਾਈਨ ਕੰਟੈਂਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕੇਗਾ। ਬਹੁ ਗਿਣਤੀ ਐਮਪੀਜ਼ ਦੇ ਵੱਲੋਂ ਪਿਛਲੇ ਮਹੀਨੇ ਹੀ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਸੀ, ਜਦਕਿ ਸੈਨੇਟਰਸ ਦੇ ਵੱਲੋਂ 16 ਦੇ ਮੁਕਾਬਲੇ 52 ਵੋਟਾਂ ਹਾਸਲ ਕਰਕੇ ਇਹ ਬਿੱਲ ਪਾਸ ਹੋਇਆ। ਇਸ ਬਿੱਲ ਦੇ ਪਾਸ ਹੋਣ ਦੇ ਨਾਲ ਨੈਟਫਲਿਕਸ ਤੇ YouTube ਵਰਗੇ ਡਿਜੀਟਲ ਪਲੇਟਫਾਰਮਸ ਨੂੰ ਹੁਣ ਕੈਨੇਡੀਅਨ ਵਿਸ਼ੇ ਲਈ ਵੀ ਵਿੱਤੀ ਤੌਰ ਉੱਤੇ ਯੋਗਦਾਨ ਪਾਉਣਾ ਹੋਏਗਾ। ਇਸ ਬਿੱਲ ਦੇ ਪਾਸ ਹੋਣ ਦੇ ਨਾਲ ਆਨਲਾਈਨ ਸਟ੍ਰੀਮਿੰਗ ਪਲੇਟਫਾਰਮਸ ਹੁਣ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨਜ਼ ਕਮਿਸ਼ਨ ਵਰਗੀ ਰੈਗੂਲੇਟਰੀ ਅਥਾਰਟੀ ਤਹਿਤ ਆ ਜਾਣਗੇ। ਇਸ ਤਹਿਤ ਕੈਨੇਡਾ ਦੇ ਯੂਜ਼ਰਸ ਦੇ ਲਈ ਜੇ ਇਹ ਡਿਜੀਟਲ ਪਲੇਟਫਾਰਮਸ ਕੈਨੇਡੀਅਨ ਕੰਟੈਂਟ ਪੇਸ਼ ਨਹੀਂ ਕਰਦੇ ਤਾਂ ਉਹਨਾਂ ਨੂੰ ਜੁਰਮਾਨੇ ਵੀ ਭਰਨੇ ਪੈ ਸਕਦੇ ਨੇ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।